ਸਤਨਾਮ ਵਾਹਿਗੁਰੂ ਸਾਹਿਬ ਜੀਓ। ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਬੇਮੁਖ ਹੋਏ RAM ਤੇ, ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਕਤਕ ਹੋਵੈ ਸਾਧ ਸੰਗ, ਬਿਨਸੈ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਅੱਜ ਕੱਤਕ ਦੇ ਮਹੀਨੇ ਦੀ ਆਰੰਭਤਾ ਹੈ। ਇਸ ਮਹੀਨੇ ਨੂੰ ਆਮ ਬੋਲੀ ਵਿੱਚ ਕੱਤੇ ਦਾ ਮਹੀਨਾ ਆਖਿਆ ਜਾਂਦਾ ਹੈ, ਤੇ ਪਿਛਲਾ ਮਹੀਨਾ ਅੱਸੂ ਦਾ ਸੀ, ਜਿਸ ਨੂੰ ਠੰਡ ਦਾ ਪਹਿਲਾ ਪੁੱਤਰ ਵੀ ਕਿਹਾ ਜਾਂਦਾ ਹੈ, ਜਿਸ ਤੋਂ ਠੰਡ ਦੀ ਆਰੰਭਤਾ ਹੋਈ ਹੈ, ਸਿਆਲਾਂ ਦੀ ਆਰੰਭਤਾ ਹੋਈ ਹੈ। ਤੇ ਅੱਜ ਕੱਤਕ ਦਾ ਮਹੀਨਾ ਹੈ, ਕੱਤਕ ਦੇ ਮਹੀਨੇ ਦੀ ਆਰੰਭਤਾ ਹੈ। ਇਹ ਜੋ ਆਪ ਜੀ ਨੇ ਹੁਣੇ ਸ਼ਬਦ ਸਰਵਣ ਕੀਤਾ, ਇਹ ਸ਼ਬਦ ਕੱਤਕ ਦੇ ਮਹੀਨੇ ਦੇ ਪਰਥਾਈ 12 ਮਾਹ ਦੀ ਰਚਨਾ ਵਿੱਚ ਦਰਜ ਹੈ, ਜੋ ਕਿ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਣੀ ਦੀ ਰਚਨਾ ਕੀਤੀ ਹੈ। ਤੇ 12 ਮਾਹ 133 ਅੰਗ ਤੋਂ ਆਰੰਭ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਸਾਨੂੰ ਇਸ ਮਹੀਨੇ ਕੀ ਸਮਝਾਉਣਾ ਚਾਹੁੰਦੇ ਹਨ, ਇਸ ਮਹੀਨੇ ਦੇ ਪਰਥਾਈ ਸਾਡੇ ਲਈ ਕੀ ਉਪਦੇਸ਼ ਹੈ, ਆਓ ਜੀ ਆਪਾਂ ਉਸ ਨੂੰ ਵਿਚਾਰੀਏ। ਵਿਚਾਰ ਦੀ ਆਰੰਭਤਾ ਤੇ ਗੱਜ ਵੱਜ ਕੇ ਆਖੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ। ਮਹਾਰਾਜ ਫਰਮਾਨ ਕਰਦੇ ਹਨ ਕਿ ਇਸ ਕੱਤਕ ਦੇ ਮਹੀਨੇ ਵੀ ਜਿਹੜੀ ਜੀਵ ਇਸਤਰੀਆਂ ਅਕਾਲ ਪੁਰਖ ਤੋਂ ਵਿਛੜੀਆਂ ਹੋਈਆਂ ਹਨ, ਜਿਨ੍ਹਾਂ ਦਾ ਮੇਲ ਅਕਾਲ ਪੁਰਖ ਨਾਲ ਨਹੀਂ ਹੋਇਆ, ਤਾਂ ਫਿਰ ਇਹ ਉਹਨਾਂ ਦੇ ਆਪਣੇ ਕਰਮਾਂ ਕਰਕੇ ਹੈ। ਜਿਵੇਂ ਕਿ ਗੁਰਬਾਣੀ ਦਾ ਫਰਮਾਨ ਵੀ ਹੈ, ਜੇਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਜੋ ਵੀ ਸਾਨੂੰ ਕੁਝ ਪ੍ਰਾਪਤ ਹੁੰਦਾ ਹੈ, ਤੇ ਜੇਕਰ ਆਪਾਂ ਪਰਮਾਤਮਾ ਤੋਂ ਵਿਛੜੇ ਵੀ ਹਾਂ, ਤਾਂ ਇਹ ਵੀ ਸਭ ਸਾਡੇ ਕਰਮਾਂ ਕਰਕੇ ਹੀ ਹੈ। ਤੇ ਮਹਾਰਾਜ ਦੱਸਦੇ ਹਨ ਕਿ ਸਾਨੂੰ ਫਿਰ ਹੋਰ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣੇ ਆ। ਭਾਵ ਕਿ ਸਾਡੇ ਆਪਣੇ ਕਰਮਾਂ ਦਾ ਹੀ ਦੋਸ਼ ਹੈ। ਜਿਹੋ ਜਿਹਾ ਆਪਾਂ ਕਰਮ ਕਰਦੇ ਹਾਂ, ਉਹੋ ਜਿਹਾ ਹੀ ਸਾਨੂੰ ਫਲ ਮਿਲਦਾ ਹੈ। ਆਪਾਂ ਆਪਣੇ ਕਰਮਾਂ ਕਰਕੇ ਹੀ ਉਸ ਅਕਾਲ ਪੁਰਖ ਤੋਂ ਵਿਛੜੇ ਹੋਏ ਹਾਂ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਫਿਰ ਪਰਮੇਸ਼ਵਰ ਨੂੰ ਭੁਲਾ ਕੇ ਤਾਂ ਮਾਇਆ ਦੇ ਜਿਤਨੇ ਵੀ ਪਦਾਰਥ ਹਨ, ਉਹ ਸਾਨੂੰ ਰੋਗ ਦੇ ਤਰ੍ਹਾਂ ਹੀ ਪ੍ਰਤੀਤ ਹੋਣ ਲੱਗ ਪੈਂਦੇ ਹਨ। ਇਸ ਬਾਰੇ ਮਹਾਰਾਜ ਨੇ ਅਗਲੀ ਪੰਕਤੀ ਵਿੱਚ ਫਰਮਾਨ ਕੀਤਾ ਹੈ। ਪਰ ਇੱਥੇ ਮਹਾਰਾਜ ਸਾਨੂੰ ਇਹ ਸਮਝਾਉਂਦੇ ਹਨ, ਪਰਮੇਸ਼ਰ ਨੂੰ ਜੇਕਰ ਆਪਾਂ ਵਿਸਾਰ ਦਿੰਦੇ ਹਾਂ, ਭੁੱਲ ਜਾਂਦੇ ਹਾਂ, ਤਾਂ ਸਾਨੂੰ ਬਹੁਤ ਹੀ ਆਤਮਿਕ ਦੁੱਖ ਪ੍ਰਾਪਤ ਹੁੰਦਾ ਹੈ। ਸਾਨੂੰ ਚਿੰਤਾ ਚੋਰੇ ਵਿਆਪਦੇ ਹਨ। ਬੇਮੁਖ ਹੋਏ RAM ਤੇ, ਲਗਨ ਜਨਮ ਵਿਜੋਗ।
ਤੇ ਜੇਕਰ ਆਪਾਂ ਵਿਮੁਖ ਹਾਂ, ਭਾਵ ਸਾਡੇ ਕੋਲ ਜੇਕਰ ਗੁਰੂ ਨਹੀਂ ਹੈ, ਗੁਰੂ ਦਾ ਉਪਦੇਸ਼ ਨਹੀਂ ਹੈ, ਤਾਂ ਫਿਰ ਆਪਾਂ ਰਾਮ ਨੂੰ, ਅਕਾਲ ਪੁਰਖ ਨੂੰ ਵੀ ਨਹੀਂ ਪ੍ਰਾਪਤ ਕਰ ਸਕਦੇ। ਇੱਥੇ ਮਹਾਰਾਜ ਨੇ ਸਾਨੂੰ ਸਮਝਾਇਆ, ਜੇਕਰ ਸਾਡੀ ਜੋ ਅੰਦਰ ਦੀ ਚਾਹਨਾ ਹੈ, ਜੋ ਸਾਡੇ ਅੰਦਰ ਸਾਡਾ ਹਿਰਦਾ ਹੈ, ਜੇਕਰ ਸਾਡੇ ਹਿਰਦੇ ਵਿੱਚ ਉਸ ਪਰਮਾਤਮਾ ਦੇ ਪ੍ਰਤੀ ਮਿਲਣ ਦੀ ਆਸ ਨਹੀਂ ਹੈ, ਮਿਲਣ ਦੀ ਸਾਡੇ ਅੰਦਰ ਕੋਈ ਕਣੀ ਪੈਦਾ ਨਹੀਂ ਹੁੰਦੀ, ਤਾਂ ਫਿਰ ਆਪਾਂ ਵਿਮੁਖ ਹਾਂ, ਭਾਵ ਆਪਾਂ ਉਸ ਰਾਮ ਤੋਂ, ਉਸ ਅਕਾਲ ਪੁਰਖ ਤੋਂ ਮੂੰਹ ਮੋੜਿਆ ਹੋਇਆ ਹੈ। ਤਾਂ ਫਿਰ ਜੇਕਰ ਆਪਾਂ ਅਕਾਲ ਪੁਰਖ ਤੋਂ ਮੂੰਹ ਮੋੜ ਲੈਂਦੇ ਹਾਂ, ਤਾਂ ਫਿਰ ਸਾਨੂੰ ਜਨਮਾਂ ਜਨਮਾਂਤਰਾਂ ਦੇ ਵਿਛੋੜੇ ਹੀ ਪ੍ਰਾਪਤ ਹੁੰਦੇ ਹਨ। ਆਪਾਂ ਜਨਮਾਂ ਜਨਮਾਂ ਤੱਕ ਉਸ ਅਕਾਲ ਪੁਰਖ ਤੋਂ ਵਿਛੜੇ ਹੀ ਰਵਾਂਗੇ। ਖਿਨ ਮੈਂ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਫਿਰ ਇਸ ਪੰਕਤੀ ਵਿੱਚ ਮਹਾਰਾਜ ਦੱਸਦੇ ਹਨ ਕਿ ਜਿਹੜੇ ਮਾਇਆ ਦੇ ਪਦਾਰਥ ਹਨ, ਜੋ ਮਾਇਆ ਦੇ ਭੋਗ ਹਨ, ਜੋ ਆਪਾਂ ਜੇਕਰ ਕੋਈ ਚੀਜ਼ ਆਪਾਂ ਖਾ ਰਹੇ ਹਾਂ, ਹੰਢਾ ਰਹੇ ਹਾਂ, ਤਾਂ ਸਭ ਕੁਝ ਮਾਇਆ ਹੀ ਹੈ। ਜੋ ਕੁਝ ਆਪਾਂ ਦੇਖ ਰਹੇ ਹਾਂ, ਆਪਣੇ ਕੰਨਾਂ ਨਾਲ ਸਰਵਣ ਕਰ ਰਹੇ ਹਾਂ, ਤੇ ਕੁਝ ਵੀ ਜੋ ਆਪਾਂ ਮਹਿਸੂਸ ਕਰਦੇ ਹਾਂ, ਸਭ ਮਾਇਆ ਹੈ। ਜੋ ਆਪਾਂ ਅੱਖਾਂ ਨਾਲ ਦੇਖਦੇ ਹਾਂ, ਜੋ ਆਪਾਂ ਕੰਨਾਂ ਨਾਲ ਸੁਣਦੇ ਹਾਂ, ਜੋ ਜੀਹਵਾ ਨਾਲ ਬੋਲਦੇ ਹਾਂ, ਬਹੁਤੇ ਤੌਰ ਤੇ, ਬਾਹਰੀ ਤੌਰ ਤੇ ਕੀਤੇ ਹੋਏ ਸਾਰੇ ਕਰਮ ਮਾਇਆ ਵਾਲੇ ਹਨ। ਤੇ ਮਹਾਰਾਜ ਕਹਿੰਦੇ ਹਨ ਕਿ ਫਿਰ ਜੇਕਰ ਆਪਾਂ ਪਰਮਾਤਮਾ ਨੂੰ ਵਿਸਾਰਿਆ ਹੋਇਆ ਹੈ, ਉਸ ਵੱਲ ਸਾਡਾ ਮੂੰਹ ਨਹੀਂ ਹੈ, ਉਸ ਵਿੱਚ ਸਾਡੀ ਲਿਵ ਨਹੀਂ ਜੁੜੀ, ਤਾਂ ਫਿਰ ਸਾਨੂੰ ਇਹ ਸਾਰੇ ਮਾਇਆ ਦੇ ਪਦਾਰਥ ਕੌੜੇ ਜਾਪਦੇ ਹਨ। ਇਹ ਸਾਰੇ ਹੀ ਸਾਨੂੰ ਭੈੜੇ ਲੱਗਣ ਲੱਗ ਪੈਂਦੇ ਹਨ। ਫਿਰ ਮਹਾਰਾਜ ਅੱਗੇ ਫਰਮਾਨ ਕਰਦੇ ਹਨ, ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵੈ ਰੋਜ਼। ਫਿਰ ਰੋਜ਼ ਰੋਜ਼ ਥਾਂ ਥਾਂ ਤੇ ਜਾ ਕੇ ਰੋਣ ਦਾ ਕੋਈ ਲਾਭ ਨਹੀਂ। ਫਿਰ ਪਰਮਾਤਮਾ ਨੂੰ ਪ੍ਰਾਪਤ ਕਰਨ ਵਿੱਚ ਫਿਰ ਕੋਈ ਜ਼ਰੀਆ ਨਹੀਂ ਬਣਦਾ। ਜੇਕਰ ਸਾਡਾ ਪਰਮਾਤਮਾ ਵੱਲ ਮੂੰਹ ਨਹੀਂ ਹੈ, ਜੇਕਰ ਸਾਡੇ ਅੰਦਰ ਉਸ ਨੂੰ ਮਿਲਣ ਦੀ ਚਾਹ ਨਹੀਂ ਹੈ, ਜੇਕਰ ਸਾਡੇ ਕਰਮ ਮੰਦੇ ਹਨ, ਤਾਂ ਫਿਰ ਸਾਨੂੰ ਕੋਈ ਉਸ ਨਾਲ ਮਿਲਾ ਨਹੀਂ ਸਕਦਾ। ਸਾਨੂੰ ਆਪਣੇ ਕੰਮਾਂ ਵਿੱਚ ਸੁਧਾਰ ਕਰਨਾ ਪਵੇਗਾ। ਸਾਡੇ ਕਰਮ ਜੇਕਰ ਚੰਗੇ ਹੋਣਗੇ, ਜੇਕਰ ਆਪਾਂ ਗੁਰੂ ਦੇ ਉਪਦੇਸ਼ ਨੂੰ ਮੰਨਣ ਲੱਗ ਪਵਾਂਗੇ, ਤਾਂ ਫਿਰ ਸਾਨੂੰ ਪਰਮਾਤਮਾ ਮਿਲ ਸਕਦਾ ਹੈ। ਨਹੀਂ ਤੇ ਥਾਂ ਥਾਂ ਤੇ ਜਾ ਕੇ ਰੋਣ ਨਾਲ ਕੁਝ ਹਾਸਲ ਨਹੀਂ ਹੋਣਾ। ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਸਾਡੇ ਆਪਣੇ ਕੀਤਿਆਂ ਨਾਲ ਕੁਝ ਨਹੀਂ ਹੋਣਾ। ਸਾਨੂੰ ਪਰਮਾਤਮਾ ਜੇਕਰ ਪ੍ਰਾਪਤ ਕਰਨਾ ਹੈ, ਜੇਕਰ ਆਪਾਂ ਚਾਹੁੰਦੇ ਹਾਂ ਕਿ ਸਾਡਾ ਮੇਲ ਅਕਾਲ ਪੁਰਖ ਨਾਲ ਹੋਵੇ, ਤਾਂ ਸਾਨੂੰ ਆਪਣੀ ਮੈਂ ਮਾਰਨੀ ਪਵੇਗੀ, ਸਾਨੂੰ ਹਉਮੈ ਛੱਡਣੀ ਪਵੇਗੀ, ਕਿਉਂਕਿ ਸਾਡੇ ਕੀਤਿਆਂ ਕੁਝ ਵੀ ਨਹੀਂ ਹੋਣਾ। ਸਾਡੇ ਧੁਰ ਸੰਜੋਗ ਦੇ ਜੋ ਸਾਡੇ ਧੁਰ ਤੋਂ ਲਿਖੇ ਹੋਏ ਸੰਜੋਗ ਹਨ, ਉਹਨਾਂ ਕਰਕੇ ਹੀ ਆਪਾਂ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ। ਸੰਜੋਗ ਜੋ ਬਣਦੇ ਹਨ ਉਸ ਪਰਮਾਤਮਾ ਨੂੰ ਮਿਲਣ ਦੇ, ਉਹ ਸਾਡੇ ਕਰਮਾਂ ਨਾਲ ਹੀ ਹਨ। ਜੇਕਰ ਸਾਡੇ ਪੂਰਬਲੇ ਕਰਮ ਚੰਗੇ ਹਨ, ਤਾਂ ਫਿਰ ਸਾਨੂੰ ਪ੍ਰਾਪਤ ਹੋ ਸਕਦਾ ਹੈ। ਸਾਨੂੰ ਪਰਮਾਤਮਾ ਤਾਂ ਹੀ ਮਿਲ ਸਕਦਾ ਹੈ ਜੇਕਰ ਸਾਡੇ ਕਰਮਾਂ ਵਿੱਚ ਉਸ ਨੂੰ ਪ੍ਰਾਪਤ ਕਰਨ ਦਾ ਸੁਭਾਗ ਹੈ। ਕਿਉਂਕਿ ਗੁਰਬਾਣੀ ਦਾ ਫਰਮਾਨ ਵੀ ਹੈ, ਪੂਰਬਲੇ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਿਕ ਬੈਰਾਗੀ। ਤੇ ਹੋਰ ਵੀ ਗੁਰੂ ਸਾਹਿਬ ਦੇ ਕਿਤਨੇ ਹੀ ਫਰਮਾਨ ਹਨ, ਜੋ ਸਾਨੂੰ ਦੱਸਦੇ ਹਨ ਕਿ ਧੁਰ ਸੰਜੋਗ ਵਿਜੋਗ ਧੁਰੋਂ ਹੀ ਹੁਆ। ਜੋ ਸਾਡਾ ਪਰਮਾਤਮਾ ਨਾਲ ਮੇਲ ਹੋਣਾ ਹੈ, ਜੋ ਸਾਡਾ
ਪਰਮਾਤਮਾ ਤੋਂ ਵਿਛੋੜਾ ਹੈ, ਉਹ ਸਾਡੇ ਪੂਰਬਲੇ ਕਰਮਾਂ ਕਰਕੇ ਵੀ ਹੈ। ਸਾਡੇ ਕੀਤੇ ਹੋਏ ਪਿਛਲੇ ਜੋ ਕਰਮ ਹਨ, ਚੰਗੇ ਮਾੜੇ, ਉਹਨਾਂ ਕਰਕੇ ਵੀ ਸਾਡਾ ਮੇਲ ਪਰਮਾਤਮਾ ਨਾਲ ਹੁੰਦਾ ਹੈ ਜਾਂ ਨਹੀਂ ਹੁੰਦਾ। ਫਿਰ ਮਹਾਰਾਜ ਅੱਗੇ ਫਰਮਾਨ ਕਰਦੇ ਹਨ, ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਵੱਡੇ ਭਾਗਾਂ ਕਰਕੇ ਮੇਰਾ ਪ੍ਰਭੂ ਮੈਨੂੰ ਮਿਲ ਪੈਂਦਾ ਹੈ, ਤੇ ਜੇਕਰ ਮੇਰੇ ਚੰਗੇ ਭਾਗਾਂ ਨਾਲ ਮੈਨੂੰ ਪਰਮਾਤਮਾ ਮਿਲ ਗਿਆ ਤਾਂ ਫਿਰ ਮੇਰੇ ਸਾਰੇ ਦੁੱਖ ਤਕਲੀਫਾਂ ਮਿਟ ਜਾਂਦੀਆਂ ਹਨ, ਸਾਰੇ ਰੋਗ ਸਾਡੇ ਖਤਮ ਹੋ ਜਾਂਦੇ ਹਨ, ਮਿਟ ਜਾਂਦੇ ਹਨ। ਨਾਨਕ ਕੋ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਫਿਰ ਮਹਾਰਾਜ ਅਖੀਰ ਵਿੱਚ ਅਰਦਾਸ ਰੂਪ ਵਿੱਚ ਦੱਸਦੇ ਹਨ ਕਿ ਸਾਨੂੰ ਕੀ ਅਰਦਾਸ ਕਰਨੀ ਹੈ, ਸਾਨੂੰ ਅਕਾਲ ਪੁਰਖ ਤੋਂ ਕੀ ਮੰਗਣਾ ਹੈ। ਮਹਾਰਾਜ ਅਖੀਰ ਵਿੱਚ ਕਹਿੰਦੇ ਹਨ ਕਿ ਇਹ ਬੰਧਨ ਕੱਟਣ ਵਾਲੇ ਅਕਾਲ ਪੁਰਖ, ਇਹ ਮੇਰੇ ਪਿਆਰੇ ਪ੍ਰੀਤਮ, ਇਹ ਮੇਰੇ ਸਾਹਿਬ, ਮੈਨੂੰ ਰੱਖ ਲੈ, ਮੇਰੇ ਮਾੜੇ ਕਰਮਾਂ ਨੂੰ ਮਿਟਾ ਕੇ ਮੈਨੂੰ ਆਪਣੇ ਨਾਲ ਮਿਲਾ ਲੈ, ਆਪਣਾ ਮੇਲ ਮੈਨੂੰ ਬਖਸ਼ ਤੇ ਮੇਰੇ ਬੰਧਨਾਂ ਨੂੰ ਕੱਟ ਦੇ। ਜਿਹੜੇ ਮਾਇਆ ਦੇ ਬੰਧਨ ਹਨ ਜੋ ਮੇਰੇ ਉੱਤੇ ਹਾਵੀ ਹੁੰਦੇ ਹਨ, ਉਹਨਾਂ ਦਾ ਨਾਸ ਕਰ ਦੇ ਤੇ ਆਪਣੇ ਨਾਲ ਮੇਰਾ ਮੇਲ ਕਰਵਾ ਦੇ। ਆਪਾਂ ਇੱਕ ਵਾਰ ਫਿਰ ਇਸ ਸ਼ਬਦ ਨੂੰ ਸੰਖੇਪ ਰੂਪ ਵਿੱਚ ਵਿਚਾਰੀਏ ਕਿ ਮਹਾਰਾਜ ਸਾਨੂੰ ਕਹਿੰਦੇ ਹਨ ਕਿ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ, ਕਿਉਂਕਿ ਸਾਡੇ ਕਰਮਾਂ ਕਰਕੇ ਹੀ ਸਾਡਾ ਪਰਮਾਤਮਾ ਨਾਲ ਵਿਛੋੜਾ ਤੇ ਪਰਮਾਤਮਾ ਨਾਲ ਮੇਲ ਹੋਣਾ ਹੈ। ਤੇ ਜੇਕਰ ਆਪਾਂ ਪਰਮਾਤਮਾ ਨੂੰ ਭੁੱਲ ਗਏ, ਮਾੜੇ ਕਰਮ ਕਰਨ ਲੱਗ ਪਏ, ਤਾਂ ਫਿਰ ਪਰਮਾਤਮਾ ਨਾਲ ਮੇਲ ਕਦੇ ਵੀ ਨਹੀਂ ਹੋ ਸਕਦਾ। ਕਿਉਂਕਿ ਮਹਾਰਾਜ ਨੇ ਕਹਿੰਦੇ ਹਨ ਕਿ ਸਾਡੀ ਜੋ ਅੰਦਰ ਦੀ ਅਵਸਥਾ ਹੈ, ਜੋ ਸਾਡੇ ਮਾਇਆ ਦੇ ਪ੍ਰਭਾਵ ਕਰਕੇ ਸਾਡੇ ਅੰਦਰ ਕਿਸ ਤਰ੍ਹਾਂ ਦੀ ਭਾਵਨਾ ਹੈ, ਉਹ ਵੀ ਮਹਾਰਾਜ ਦੱਸਦੇ ਹਨ ਕਿ ਦਾਤ ਪਿਆਰੀ ਵਿਸਰਿਆ ਦਾਤਾਰਾ। ਆਪਾਂ ਨੂੰ ਦਾਤ ਤਾਂ ਚੰਗੀ ਲੱਗਦੀ ਹੈ, ਜੋ ਸਾਨੂੰ ਪਰਮਾਤਮਾ ਵੱਲੋਂ ਮਿਲੀਆਂ ਹੋਈਆਂ ਵਸਤਾਂ ਹਨ, ਚੀਜ਼ਾਂ ਹਨ, ਉਹ ਤਾਂ ਮਨ ਨੂੰ ਭਾਉਂਦੀਆਂ ਹਨ, ਚੰਗੀਆਂ ਲੱਗਦੀਆਂ ਹਨ। ਪਰ ਆਪਾਂ ਇਹ ਦਾਤਾਂ ਨੂੰ ਲੈ ਕੇ ਉਸ ਅਕਾਲ ਪੁਰਖ ਨੂੰ ਵਿਸਾਰ ਦਿੰਦੇ ਹਾਂ, ਤਾਂ ਫਿਰ ਜੇਕਰ ਆਪਾਂ ਮਾਇਆ ਵਿੱਚ ਗ੍ਰਸਤ ਰਹੇ ਤਾਂ ਇਹ ਮਾਇਆ ਦੇ ਭੋਗ ਵੀ ਸਾਨੂੰ ਕੌੜੇ ਲੱਗਣ ਲੱਗ ਪੈਣਗੇ। ਜੇਕਰ ਆਪਾਂ ਪਰਮਾਤਮਾ ਵਿੱਚ ਆਪਣਾ ਧਿਆਨ ਨਹੀਂ ਲਾਇਆ, ਜੇਕਰ ਸਾਨੂੰ ਅਕਾਲ ਪੁਰਖ ਨਹੀਂ ਮਿਲਿਆ, ਜੇਕਰ ਆਪਾਂ ਚੰਗੇ ਕਰਮ ਨਹੀਂ ਕੀਤੇ। ਤੇ ਆਓ ਜੀ ਹੁਣ ਗੱਜ ਵੱਜ ਕੇ ਅਖੀਰ ਵਿੱਚ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।